ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤਾਂ ਦੇ ਮਾਲਿਕ, ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤਿਗੁਰਾਂ ਦੇ ਪਿਆਰ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰੂ ਜੀ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਨੇ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਵੱਡਿਆਂ ਭਾਗਾਂ ਦੇ ਨਾਲ ਗੁਰੂ ਦੀ ਸਤਸੰਗਤ ਪ੍ਰਾਪਤ ਹੁੰਦੀ ਹੈ। ਔਰ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਸਤਸੰਗਤ ਤੋਂ ਭਾਵ ਕੀ ਹੈ? ਕਿ ਜਿੱਥੇ ਬਹੁਤ ਸਾਰੇ ਲੋਕ ਜੁੜੇ ਹੋਣ ਉਹਨੂੰ ਹੀ ਸਤਸੰਗਤ ਕਿਹਾ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਨਹੀਂ ਭਾਈ, ਸਤਸੰਗਤ ਦੀ ਪਰਿਭਾਸ਼ਾ ਇਹ ਹੈ, ਸਤਸੰਗਤ ਕੈਸੀ ਜਾਣੀ ਹੈ, ਕਿਹੋ ਜਿਹੀ ਹੁੰਦੀ ਹੈ ਗੁਰੂ ਦੀ ਸਤਸੰਗਤ। ਜਿੱਥੇ ਏਕੋ ਨਾਮ ਵਖਾਣੀਆਂ, ਜਿੱਥੋਂ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਦੀ ਗੱਲ ਹੁੰਦੀ ਹੈ, ਉਹ ਗੁਰੂ ਦੀ ਸਤਸੰਗਤ ਹੈ। ਜਿੱਥੇ ਏਕੋ ਨਾਮ ਵਖਾਣੀਆਂ, ਏਕੋ ਨਾਮ ਹੁਕਮ ਹੈ ਨਾਨਕ, ਸਤਿਗੁਰ ਦੀਆ ਬੁਝਾਏ ਜੀਓ। ਪਰਮਾਤਮਾ ਦਾ, ਉਸ ਵਾਹਿਗੁਰੂ ਦਾ ਇਹ ਹੁਕਮ ਹੈ, ਇੱਕ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜਨਾ। ਔਰ ਮਨੁੱਖ ਆਪੋ ਆਪਣੇ ਧਰਮ ਅਨੁਸਾਰ ਯਤਨ ਕਰਦਾ ਹੈ ਉਸ ਪਰਮਾਤਮਾ ਦੇ ਨਾਲ ਨੇੜਤਾ ਬਣਾਉਣ ਦੀ। ਕੋਈ ਵੱਧ ਕਰਦਾ ਹੈ, ਕੋਈ ਘੱਟ ਕਰਦਾ ਹੈ। ਹਰ ਇੱਕ ਮਨੁੱਖ ਆਪੋ ਆਪਣੇ ਧਰਮ ਅਨੁਸਾਰ ਕਿਸੇ ਵੀ ਨਾਮ ਦੇ ਨਾਲ ਉਸ ਨੂੰ ਪੁਕਾਰਦਾ ਹੈ, ਪਰਮਾਤਮਾ ਨੂੰ। ਉਸ ਵਾਹਿਗੁਰੂ ਜੀ ਦੇ ਨਾਲ ਪਈਆਂ ਹੋਈਆਂ ਦੂਰੀਆਂ ਨੂੰ ਮਿਟਾਉਣ ਦਾ ਯਤਨ ਕਰਦਾ ਹੈ। ਉਹਦੇ ਵਾਸਤੇ ਕੀ ਕੀਤਾ ਜਾਂਦਾ ਹੈ? ਆਪੋ ਆਪਣੇ ਧਰਮਾਂ ਅਨੁਸਾਰ ਪਾਠ ਪੂਜਾ ਭਜਨ ਬੰਦਗੀ ਕਈ ਤਰੀਕਿਆਂ ਦੇ ਨਾਲ ਉਸ ਰੱਬ ਦੀ ਇਬਾਦਤ ਜਿਹੜੀ ਹੈ ਉਹ ਮਨੁੱਖ ਕਰਦੇ ਨੇ। ਪਰ ਫਰਕ ਕਿੱਥੇ ਆ ਕੇ ਪੈ ਜਾਂਦਾ ਹੈ? ਸਤਿਗੁਰੂ ਜੀ ਦੀ ਗੁਰਬਾਣੀ ਸਾਨੂੰ ਸਮਝਾਉਂਦੀ ਹੈ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਫਰਕ ਇੱਥੇ ਆ ਕੇ ਪੈ ਗਿਆ। ਜਿਨ੍ਹਾਂ ਦੀ ਦਿਲੋਂ ਉਸ ਪ੍ਰਮਾਤਮਾ ਦੇ ਨਾਲ ਮੁਹੱਬਤ ਹੈ ਨਾ, ਸੇਈ ਸੱਚਿਆ, ਉਹ ਸੱਚੇ ਨੇ, ਸੱਚਿਆਰ ਨੇ। ਦੁਨੀਆ ਦੇ ਅੰਦਰ ਬੇਸ਼ੱਕ ਲੋਕ ਜੁੜ ਕੇ ਉਸ ਮਨੁੱਖ ਨੂੰ ਝੂਠਿਆਂ ਕਰ ਸਕਦੇ ਨੇ, ਕਿਉਂਕਿ ਦੁਨੀਆ ਬਹੁ ਗਿਣਤੀ ਵੇਖਦੀ ਹੈ। ਪਰ ਪਰਮਾਤਮਾ ਦੀ ਦਰਗਾਹ ਵਿੱਚ ਜਾ ਕੇ ਜਿਹੜਾ ਸੱਚ ਦੇ ਮਾਰਗ ਦੇ ਉੱਤੇ ਤੁਰਿਆ ਹੈ, ਉਸ ਇੱਕ ਪਰਮਾਤਮਾ ਨਾਲ ਜੁੜਿਆ ਹੈ, ਉਹਦੀ ਦਰਗਾਹ ਵਿੱਚ ਤਾਂ ਕੋਈ ਬਹੁ ਗਿਣਤੀ ਨਹੀਂ ਚੱਲਦੀ। ਉੱਥੇ ਤਾਂ ਸੱਚਾ ਨਿਆਂ ਹੁੰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਭਾਈ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ। ਦੁਨੀਆ ਦੇ ਅੰਦਰ ਬਹੁਤਾਤ ਗਿਣਤੀ ਉਹਨਾਂ ਲੋਕਾਂ ਦੀ ਹੁੰਦੀ ਹੈ ਜਿਹੜੇ ਕੇਵਲ ਤੇ ਕੇਵਲ ਭਗਤੀ ਦਾ, ਧਰਮੀ ਹੋਣ ਦਾ ਵਿਖਾਵਾ ਜ਼ਿਆਦਾ ਕਰਦੇ ਨੇ। ਅੰਦਰ ਪਰਮਾਤਮਾ ਦੀ ਬੰਦਗੀ ਘੱਟ ਹੁੰਦੀ ਹੈ ਜਾਂ ਹੁੰਦੀ ਨਹੀਂ। ਤੇ ਸਤਿਗੁਰੂ ਜੀ ਕਹਿੰਦੇ, ਭਾਈ ਉਹ ਪਰਮਾਤਮਾ ਤਾਂ ਸਾਡੇ ਦਿਲਾਂ ਦੀਆਂ ਜਾਣਨ ਵਾਲਾ ਹੈ। ਦੁਨੀਆ ਨੂੰ ਆਪਾਂ ਭਰਮਾ ਸਕਦੇ ਹਾਂ ਪਹਿਰਾਵਾ ਪਹਿਨ ਕੇ ਜਾਂ ਧਰਮੀ ਹੋਣ ਦਾ ਦਾਅਵਾ ਕਰਕੇ, ਪਰ ਉਹ ਪਰਮਾਤਮਾ ਦੇ ਕੋਲੋਂ ਤਾਂ ਕੁਛ ਵੀ ਲੁਕਿਆ ਨਹੀਂ, ਉਹ ਸਾਡੇ ਮਨ ਦੀਆਂ ਜਾਣਦਾ। ਗੁਰਬਾਣੀ ਅੰਦਰ ਆਪਾਂ ਪੜ੍ਹਦੇ ਹਾਂ ਨਾ, ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸ਼ਾਹ, ਅਵਰ ਕਿਆ ਜਾਣੈ ਕੋਏ।
होर कोई की जान सकता मेरे मन की अवस्था नूं। मेरे शाह मेरे वाहिगुरू तू सब दे दिलों दियां जानदा है। ते वो दिलों दियां जानन वाला निरंकार स्वरूप गुरबाणी सतगुरु जी कहते ने दिलों जिन्हां दी मुहब्बत है वो तो सचियार सिख ने। जिन मन होर मन दे विच होर किसे ते आस्था टिकी हुई है, होर किते भरोसा लग्या होया है, परमात्मा नूं पिठ करी बैठा है। सतगुरु जी कहते ने भाई दिलों मुहब्बत जिन से सच्चा, जिन मन होर मुख होर से कांडे कच्चिया। रते इश्क खुदाए रंग दीदार के, विसरिया जिन नाम ते भुए भारती है। सतगुरु जी कहते परमात्मा दे नाम नूं भुला के तू धरती दे उत्ते बोझ ही है, बोझ है तू धरती ते। इस करके गरीब निवाज सानू समझाउंदे ने गुरबाणी दे अंदर उस परमात्मा दे नाल मुहब्बत करनी है ना, प्रेम करना है, मन करके कर, रीझ ला के कर, चाह दे नाल ओहदी बंदगी कर, प्रेम दे विच भिज के उस परमात्मा दी बंदगी कर। अज दे पावन पवित्र शब्द दे अंदर सतगुरां ने ऐसा ज्ञान बख्शिया, सानू उपदेश बख्शिश कीता है। रोजाना की तरह लड़ीवार तहत आओ अज दे इस पावन पवित्र शब्द की विचार नाल जुड़न तो पहला करिए रचना पवित्र। ते आखो जी सतनाम श्री वाहिगुरु साहिब जी, सतनाम श्री वाहिगुरु साहिब जी। सलोक महला तीजा, यह संध्या प्रवान है, जित हर प्रभ मेरा चित आवे। हर स्यों प्रीति उपजै माया मौज लावे। गुर प्रसादी दुबदा मरै, मनुआ आश्र संध्या करे विचार। नानक संध्या करे मन मुखी, जियो न टिकै मर जम्मै होए खुआर। धन धन साहिब श्री गुरु अमरदास सच्चे पातशाह गरीब निवाज सतगुरु जी बख्शिश करदे। इहा संध्या, संध्या दा अर्थ की हुंदा है? आम बजुर्गों के कोलों सुनिया है शाम वेले नूं संध्या कहा जाता, संध्या का समा। और संध्या तो भाव असल विच की है? पूजा प्रतिष्ठा करनी। ते सतगुरु जी कहते ने परमात्मा की कीती हुई पूजा असल विच की है? परमात्मा नूं प्रवान की हुंदा है? सतगुरु जी कहते ने यह संध्या प्रवान है। परमात्मा की कीती हुई इबादत पूजा भगती वो प्रवान है। केड़ी प्रवान है? जित हर प्रभ मेरा चित आवे। जिस मनुख नूं परमात्मा चेते दे विच है ते परमात्मा की बंदगी कर रहा है, असल विच उही परमात्मा के दर ते प्रवान है। हर स्यों प्रीत उपजै। सतगुरु जी कहते इहदे द्वारा परमात्मा नाल प्रीत मन दे विचों उपज पवे। माया मोह जलावे। माया का दुनियावी मायक पदार्थों का जिहड़ा मोह मन नूं चिंबड़िया होया है, उहनूं जला के राख कर दे, वो सड़ जावे। ते सतगुरु जी कहते ने इउं करके फिर परमात्मा की असली भगती इउं हुंदी है। मनुख की करते हैं? दुनिया के अंदर एक इतिहास का थोड़ा जिहा पक्ष लईए। धन गुरु नानक देव महाराज सच्चे पातशाह गरीब निवाज संसार नूं तारदे होए जदों दुनिया च विचर रहे ने ना, सतगुरु जी मस्जिद विच भी गए ने, मंदिर विच भी गए ने। क्यों गए ने? उत्थे पूजा करने वास्ते नहीं गए,
ਉਹਨਾਂ ਨੂੰ ਸਮਝਾਉਣ ਵਾਸਤੇ ਗਏ ਨੇ ਕਿ ਇਹ परमात्मा ਕੱਲੇ ਮੰਦਰ ਦੇ ਵਿੱਚ ਨਹੀਂ ਹੈ, ਕੱਲੀ ਮਸਜਿਦ ਵਿੱਚ ਨਹੀਂ ਹੈ, ਉਹ परमात्मा ਕੱਲੇ ਗੁਰੂ ਗੁਰਦੁਆਰੇ ਵਿੱਚ ਵੀ ਨਹੀਂ ਹੈ, ਉਹ ਕਣ ਕਣ ਦੇ ਵਿੱਚ ਵਸਿਆ ਹੋਇਆ ਹੈ, ਉਹ ਜ਼ਰੇ ਜ਼ਰੇ ਦੇ ਵਿੱਚ ਵਸਿਆ ਹੋਇਆ ਹੈ। ਮੰਦਰ 'ਚ ਗਏ ਜਗਨਨਾਥਪੁਰੀ ਦੇ ਵਿੱਚ, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ, ਸ਼ਾਮ ਦਾ ਸਮਾਂ ਹੋ ਗਿਆ, ਜਿਹਨੂੰ ਸੰਧੀ ਸਮਾਂ ਜਿਹੜਾ ਸੰਧਿਆ ਦਾ ਸਮਾਂ ਕਿਹਾ ਜਾਂਦਾ ਸੀ, ਸ਼ਾਮ ਦਾ ਸਮਾਂ ਹੋ ਗਿਆ। ਬਹੁਤ ਵੱਡਾ ਮੰਦਰ ਹੈ, ਬੜੇ ਲੋਕਾਂ ਦਾ ਇਕੱਤਰ ਜਿਹੜਾ ਹੋਣਾ ਉੱਥੇ ਸੁਭਾਵਿਕ ਸੀ। ਬੜੇ ਲੋਕ ਇਕੱਤਰ ਹੋਏ ਨੇ, ਜਿਹੜੇ ਉੱਥੋਂ ਦੇ ਪੰਡਤ ਲੋਕ ਨੇ ਉਹਨਾਂ ਨੇ ਤਿਆਰੀ ਕੀਤੀ ਕਾਹਦੇ ਵਾਸਤੇ? ਸ਼ਾਮ ਦੇ ਸਮੇਂ ਸੰਧਿਆ ਦੇ ਵੇਲੇ ਦੀ ਆਰਤੀ ਉਤਾਰਨ ਦੀ। ਹੁਣ ਪੰਡਤਾਂ ਨੇ ਕੀ ਕੀਤਾ? ਥਾਲੀਆਂ ਦੇ ਵਿੱਚ ਬਹੁਤ ਸਾਰੇ ਦੀਵੇ ਜਗਾ ਕੇ ਰੱਖੇ ਨੇ, ਬਹੁਤ ਸਾਰੀਆਂ ਧੂਫਾਂ ਲਾਈਆਂ ਨੇ ਸੁਗੰਧੀ ਵਾਸਤੇ, ਬਹੁਤ ਸਾਰਾ ਉਹਦੇ ਵਿੱਚ ਉਸ ਸਮੇਂ ਦਾ ਜੋ ਧਨ ਦੌਲਤ ਹੈ ਉਹ ਰੱਖਿਆ, ਸੋਨਾ ਰੱਖਿਆ, ਹੀਰੇ ਜਵਾਹਰਾਤ ਰੱਖੇ, ਜੋ ਵੀ ਉਹਨਾਂ ਕੋਲ ਸੀ ਉਹ ਸਾਰਾ ਕੁਝ ਰੱਖਿਆ परमात्मा की आरती उतारन वास्ते। धन गुरु नानक देव महाराज सच्चे पातशाह भाई मरदाना जी दे नाल जगन्नाथपुरी दे मंदिर दे विच पहुंचे ने। सारे लोग जिहड़े सन वो आरती दे वास्ते खड़े हो गए, उस परमात्मा की आरती उतारन वास्ते। मूर्ति दे दुआले उन्हां पंडित लोगों ने थालियां घुमाउणियां जिहड़ियां सी शुरू कर दित्तियां। धन गुरु नानक देव महाराज सच्चे पातशाह और भाई मरदाना जी बैठे रहे, बाकी दे सारे लोग खड़ो के उन्हां मूर्तियां की आरती उतार रहे सन। और आरती की समाप्ति जदों हुई, उन्हां पंडितां ने वेख्या कि ये दो शख्स जिहड़े ने इन्हां ने बैठे रहना कीता है, ये किसे ये साडे धर्म दे हो नहीं सकते, इन्हां ने साडे धर्म की बेअदबी कीती है। उत्थे फिर सवालों जवाबों का सिलसिला शुरू होया। पंडित लोग कह रहे सन, ऐ पुरखा तू आरती दे विच शामिल क्यों नहीं होया? संध्या समय दा वेला सी ते तू आरती 'च शामिल नहीं होया, तू बेअदबी कीती है सनातन धर्म की। सतगुरु जी कहन लगे, तुसी आरती करदे हो मूर्ति दी, वो एक मूर्ति दे विच कैद नहीं है, वो परमात्मा। असी तो हर रोज हर वेले उस परमात्मा की आरती नूं वेख रहे हैं। तुसी लोग उस परमात्मा की आरती की उतारोगे? उस परमात्मा की आरती तां हर वक्त दिन रात परमात्मा की आरती ओदी कायनात हर वेले कर रही है। हुण बड़ा वड्डा सवाल सी। वो अपने आप नूं धर्मी अखवाउण वाले लोग अणगिणत सन। इधर केवल ते केवल दो, धन गुरु नानक देव महाराज सच्चे पातशाह जी नूं बहुत ज़्यादा क्रोधी हो के उन्हां लोकां ने सवाल जवाब जिहड़े वो कीते। कहण लगे, सानूं दसो किहड़ी तुसीं आरती रोजाना जिहड़ी हर वेले तक रहे जे किहड़ी आरती हो रही है? ज्ञान की गल सी। सतगुरु जी कहंदे ने, आओ तुहानूं विखाईए उस परमात्मा की आरती जी दे असीं दर्शन करदे हां। खुले आसमान दे विच वेखो, आओ वेखो उपर नूं की है। सतगुरां ने पवित्र शब्द उचारना कीता। जिहड़ी इन्नी भीड़ उन्हां मूर्तियां दे दुआले होई होई सी, उन्हां पंडितां दे दुआले होई होई सी, वो गुरु नानक देव महाराज सच्चे पातशाह जी दे इर्द गिर्द बैठ गई। सतगुरु कहन लगे, मरदानिया रबाब विचार, आपां उस परमात्मा की आरती ओदी गल करिए ते उस परमात्मा की इबादत करिए। मरदाने ने सतगुरां दा उपदेश मन के जदों रबाब दीयां तारां नूं छेड़िया,
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸ਼ਬਦ ਗਾਇਨ ਕੀਤਾ, ਗਗਨ ਮੈਂ ਥਾਲ ਰਾਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਣਹਤਾ ਸ਼ਬਦ ਵਾਜੰਤ ਫੇਰੀ। ਆ ਜਦੋਂ ਆਰਤੀ ਦਾ ਸ਼ਬਦ ਗਾਇਨ ਕੀਤਾ, ਸ਼ਬਦ ਦੀ ਸਮਾਪਤੀ ਹੋਈ, ਸਾਰੇ ਜਿਹੜੇ ਉਹ ਪੰਡਤ ਮੂਰਤੀਆਂ ਦੇ ਅੱਗੇ ਢਹਿ ਢਹਿ ਕੇ ਆਰਤੀ ਕਰ ਰਹੇ ਸਨ, ਉਹਨਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਨਤਮਸਤਕ ਹੋ ਗਏ, ਮੱਥਾ ਟੇਕਿਆ, ਹਾਰ ਮੰਨੀ ਕਿ ਇਹ ਮੇਰੇ ਵਾਹਿਗੁਰੂ ਜੀ, ਤੁਸੀਂ ਰੱਬ ਦਾ ਰੂਪ ਹੋ, ਸਾਨੂੰ ਇਹਨਾਂ ਗੱਲਾਂ ਦਾ ਤਾਂ ਗਿਆਨ ਹੀ ਨਹੀਂ ਸੀ। ਇੰਨਾ ਵੱਡਾ ਗਿਆਨ ਆਪ ਜੀ ਦੇ ਕੋਲ, ਇੰਨਾ ਵੱਡਾ ਗਿਆਨ ਦਾ ਸਾਗਰ। ਉਸ ਵਕਤ ਫਿਰ ਉਹਨਾਂ ਪੰਡਤਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਔਰ ਗਿਆਨ ਪ੍ਰਾਪਤ ਕੀਤਾ। ਸਤਿਗੁਰਾਂ ਨੇ ਉਪਦੇਸ਼ ਦਿੱਤਾ, ਭਾਈ ਉਸ ਪਰਮਾਤਮਾ ਦੀ ਜੇ ਭਗਤੀ ਕਰਨੀ ਹੈ ਨਾ ਤਾਂ ਮਨ ਚਿੱਤ ਕਰਕੇ ਕਰੋ। ਆ ਇੰਨੀਆਂ ਥਾਲ ਦੇ ਵਿੱਚ ਰੱਖ ਕੇ ਤੁਸੀਂ ਆ ਜੋਤਾਂ ਜਗਾ ਜਗਾ ਕੇ ਕੀ ਕਰਦੇ ਹੋ? ਏਡੀ ਵੱਡੀ ਜੋਤ ਅਸਮਾਨ ਦੇ ਅੰਦਰ ਜਗਦੀ ਪਈ ਹੈ, ਆ ਥਾਲੀ ਦੇ ਵਿੱਚ ਹੀਰੇ ਮੋਤੀ ਰੱਖ ਕੇ ਤੁਸੀਂ ਕੀ ਕਰਦੇ ਹੋ? ਉਸ ਪਰਮਾਤਮਾ ਨੇ ਗਗਨ ਦੇ ਵਿੱਚ ਵੇਖੋ ਕਿੰਨੇ ਹੀਰੇ ਮੋਤੀ ਜਗਾ ਛੱਡੇ ਨੇ। ਗਗਨ ਮੈਂ ਥਾਲ, ਅਸਮਾਨ ਇੱਕ ਥਾਲ ਦੀ ਨਿਆਈ ਹੈ। ਰਵ ਚੰਦ ਦੀਪਕ ਬਣੇ, ਸੂਰਜ ਔਰ ਚੰਦਰਮਾ ਉਹਦੇ ਵਿੱਚ ਦੀਵੇ ਨੇ। ਤੁਸੀਂ ਆ ਦੀਵੇ ਜਗਾ ਕੇ ਇੱਕ ਮੂਰਤੀ ਦੀ ਪੂਜਾ ਕੀ ਕਰ ਲੋਗੇ? ਕੀ ਰੱਬ ਦੀ ਪੂਜਾ ਕਰੋਗੇ? ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਤਾਰਿਆਂ ਦਾ ਜਿੰਨਾ ਮੰਡਲ ਹੈ ਨਾ, ਸਾਰਾ ਜਨਕ ਮੋਤੀ ਹੈ। ਧੂਪ ਮਲ ਆਨ ਲਓ, ਜਿਹੜੀ ਧੂਪ ਹੈ ਸੁਗੰਧੀ ਹੈ, ਜਿੰਨੀ ਬਨਸਪਤੀ ਹੈ ਸਾਰੀ ਪ੍ਰਮਾਤਮਾ ਦੀ ਉਹ ਧੂਪ ਹੀ ਹੈ। ਪਵਨ ਚਬਰੋ ਕਰੇ, ਹਵਾ ਜਿਹੜੀ ਹੈ ਉਹ ਪ੍ਰਮਾਤਮਾ ਦੇ ਉੱਤੇ ਚੌਰ ਕਰ ਰਹੀ ਹੈ। ਸਗਲ ਬਨ ਰਾਏ ਫਲੰਤ ਜੋਤੀ, ਜਿੰਨੇ ਵੀ ਬਣ ਰਾਏ ਹੈ, ਜਿੰਨੀ ਬਨਸਪਤੀ ਹੈ ਸਾਰੀ ਜੋਤ ਜਗ ਰਹੀ ਹੈ ਉਸ ਪ੍ਰਮਾਤਮਾ ਦੀ। ਕੀ ਤੁਸੀਂ ਆਰਤੀ ਉਤਾਰੋਗੇ? ਸਤਿਗੁਰਾਂ ਨੇ ਜਦੋਂ ਗਿਆਨ ਬਖਸ਼ਿਆ ਨਾ, ਇੱਕ ਅਕਾਲ ਪੁਰਖ ਦੀ ਸਾਨੂੰ ਉਸਤਤ ਕਰਨੀ ਚਾਹੀਦੀ ਹੈ। ਹਰੇਕ ਮਨੁੱਖ ਨੂੰ ਉਸ ਨਿਰੰਕਾਰ ਦੇ ਨਾਲ ਜੁੜਨਾ ਚਾਹੀਦਾ ਹੈ। ਤੇ ਪੰਡਤਾਂ ਨੇ ਸਵਾਲ ਕੀਤਾ, ਮਹਾਰਾਜ ਫਿਰ ਹੋਰ ਸਾਨੂੰ ਕੀ ਕਰਨਾ ਚਾਹੀਦਾ? ਕਿਹਦੀ ਪੂਜਾ ਕਰਨੀ ਚਾਹੀਦੀ ਹੈ? ਕਿਹਦੇ ਰੰਗਾਂ ਦੇ ਵਿੱਚ ਸਾਨੂੰ ਰੰਗੀਚਣਾ ਚਾਹੀਦਾ ਹੈ? ਸਤਿਗੁਰੂ ਜੀ ਕਹਿੰਦੇ, ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਕਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ। ਸਤਿਗੁਰਾਂ ਨੇ ਇਹ ਉਪਦੇਸ਼ ਦਿੱਤਾ ਉਹਨਾਂ ਪੰਡਤ ਲੋਕਾਂ ਨੂੰ। ਦੁਬਦਾ ਵਿੱਚ ਨਹੀਂ ਪੈਣਾ। ਦੁਬਦਾ ਤੋਂ ਅਰਥ ਕੀ ਹੁੰਦਾ ਹੈ? ਦੋ ਰਸਤੇ ਅਪਣਾਉਣੇ, ਕੇਵਲ ਤੇ ਕੇਵਲ ਉਸ ਪਰਮਾਤਮਾ ਦੀ ਬੰਦਗੀ ਕਰਨੀ ਹੈ। ਦੁਚਿੱਤਾਪਣ, ਦੁਬਦਾ ਦਾ ਅਰਥ ਹੁੰਦਾ ਦੁਚਿੱਤਾਪਣ। ਹੋਰ ਨਾ ਪੂਜੋ, ਕਿਸੇ ਹੋਰ ਦੀ ਪ੍ਰਮਾਤਮਾ ਤੋਂ ਬਿਨਾਂ ਪੂਜਾ ਨਹੀਂ ਕਰਨੀ। ਦੁਬਦਾ ਨਾ ਪੜੋ, ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ, ਨਾ ਮੜੀਆਂ ਮਸਾਨਾਂ ਦੀ ਪੂਜਾ ਕਰਨੀ ਹੈ। ਤ੍ਰਿਸ਼ਨਾ ਰਾਜ ਨਾ ਪਰ ਕਰ ਜਾਵਾ, ਮਨ ਦੇ ਵਿੱਚ ਕੋਈ ਤ੍ਰਿਸ਼ਨਾ ਹੈ, ਮੰਗ ਹੈ, ਕਿਸੇ ਹੋਰ ਘਰੋਂ ਨਹੀਂ ਮੰਗਣਾ, ਪ੍ਰਮਾਤਮਾ ਦੇ ਕੋਲੋਂ ਮੰਗਣਾ। ਤ੍ਰਿਸ਼ਨਾ ਨਾਮ ਬੁਝਾਈ, ਪ੍ਰਮਾਤਮਾ ਦਾ ਸਿਮਰਨ ਕਰੋਗੇ ਤੇ ਪ੍ਰਮਾਤਮਾ ਤੁਹਾਡੇ ਨਾਲ ਹੈ। ਇਸ ਕਰਕੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਬਖਸ਼ਿਸ਼ ਕਰਦੇ ਨੇ, ਇਹ ਸੰਧਿਆ ਪ੍ਰਵਾਨ ਹੈ। ਪਰਮਾਤਮਾ ਦੀ ਪੂਜਾ ਉਹੀ ਪ੍ਰਵਾਨ ਹੈ ਜਿਤ ਹਰ ਪ੍ਰਭ ਮੇਰਾ ਚਿੱਤ ਆਵੇ। ਜਿਨ੍ਹਾਂ ਦੇ ਚਿੱਤ ਵਿੱਚ ਪਰਮਾਤਮਾ ਦੀ ਯਾਦ ਵਸੀ ਹੈ, ਉਹਨਾਂ ਦਾ ਕੀਤੀ ਰੱਬ ਦੀ ਪਾਠ ਪੂਜਾ ਜਿਹੜੀ ਹੈ ਉਹ ਪ੍ਰਵਾਨ ਹੋ ਜਾਂਦੀ ਹੈ। ਇਹਦੇ ਦੁਆਰਾ ਕੀ ਹੋਏਗਾ? ਹਰ ਸਿਉ ਪ੍ਰੀਤ ਉਪਜੇ ਮਾਇਆ ਮੋਹ ਜਲਾਵੇ। ਪਰਮਾਤਮਾ ਨਾਲ ਪ੍ਰੀਤ ਮਨ ਦੇ ਵਿੱਚੋਂ ਉਪਜ ਪੈਂਦੀ ਹੈ ਜਦੋਂ ਮਨ ਚਿੱਤ ਕਰਕੇ ਪ੍ਰਮਾਤਮਾ ਦੀ ਬੰਦਗੀ ਕਰਾਂਗੇ। ਸੰਸਾਰਕ ਮਾਇਕ ਪਦਾਰਥਾਂ ਦਾ ਜਿਹੜਾ ਮੋਹ ਹੈ ਉਹ ਜਲਾਵੇ ਤੋਂ ਭਾਵ ਜਲ ਜਾਂਦਾ ਹੈ, ਸੜ ਜਾਂਦਾ ਹੈ। ਗੁਰ ਪ੍ਰਸਾਦੀ ਦੁਬਦਾ ਮਰੈ, ਮਨੁਆ ਅਸਥਿਰ ਸੰਧਿਆ ਕਰੇ ਵਿਚਾਰ। ਨਾਨਕ ਸੰਧਿਆ ਕਰੈ ਮਨ ਮੁਖੀ, ਜਿਉ ਨਾ ਟਿਕੈ,
मर जम्मै होए खुआर। गुर प्रसादी, गुरु की किरपा के द्वारा, प्रसाद का अर्थ हुंदा किरपा, गुरु की किरपा के द्वारा दुबदा मरै। दुबदा का अर्थ है दुचित्तापन, दुबदा ना पढ़ो हर बिन होर ना पूजो, जिहदी आपां विचार कीती है। सतगुरु जी कहंदे जदों गुरु की किरपा हुंदी है ना, उदों दुबदा मन दे विचों मर जांदी है। मनुआ आस्थिर, मनुआ का अर्थ है मन, आस्थिर का अर्थ हुंदा टिक जांदा, मन टिकाऊ दे विच आ जांदा, परमात्मा ते भरोसा आ जांदा है। आ काम बड़ा वड्डा है, जे कर लिया जीवन साडा सफल हो जाना। ते सतगुरु जी कहंदे ने अगर जे दुबदा दे विच ही सारी उम्र बतीत करती, परमात्मा ते भरोसा ही ना तेरा बनिया, फिर उहदा रिजल्ट भी सतगुरु जी दसदे ने अगली पंक्ति दे अंदर। सतगुरु जी कहंदे ने भाई गुर प्रसादी, अगर गुरु की किरपा दे द्वारा दुबदा मरै, दुचित्तापन मर गया, परमात्मा ते भरोसा आ गया, मनुआ आस्थिर मन तेरा टिक गया, परमात्मा ते भरोसा आ गया। संध्या करे विचार, गुरबाणी पढ़ पढ़ के, पाठ पूजा कर करके ओदी विचार करे। संध्या करे विचार, कीते होए पाठ पूजा की विचार करे भी गुरु जी कह की रहे ने, ओदी विचार करनी है, ओदे उत्ते अमल करना है। अगर सतगुरु जी कहंदे ने इसे तरह ना कीता, ना तेरा परमात्मा ते भरोसा बनिया, ना उहदे ते तेरा मन टिकिया, ते सतगुरु जी कहंदे फिर उहदा रिजल्ट की निकलदा है। नानक संध्या करै मन मुखी, जियो ना टिकै मर जम्मै होए खुआर। सजा बहुत वड्डी है। वाहिगुरू किरपा करे साडा भरोसा साडे मालक ते बन जावे, दुबदा दे विच ना रहीए। कौन कह रहे ने? धन धन साहिब श्री गुरु अमरदास सच्चे पातशाह। सतगुरु जी कहंदे नानक संध्या करै मनमुखी, मनमुख बंदा अपनी मर्जी नाल पाठ पूजा करदा है, पर सतगुरु जी कहंदे जियो ना टिके। पाठ पूजा तो करदा है पर अपने मालक ते भरोसा कोई नहीं, जियो नहीं टिकदा, मन जिहड़ा वो टिकदा नहीं, भरोसा नहीं आउंदा अपने मालक ते। सतगुरु जी कहंदे फिर रिजल्ट की निकलिया, अंत नूं मर जम्मै होए खुआर। सतगुरु जी कहंदे ने मरदा रहिंदा, जमदा रहिंदा है, जूना भुगतदा रहिंदा है, जन्म मरण दे गेड़ विच ही खुआर होया रहिंदा है। खुआर दा अर्थ आपां समझने आ, खज्जल खुआर होना। किन्नियां भैड़ियां जूना ने, जे उन्हां विच पैणा पै गया ते खज्जल खुआरी किड्डी वड्डी है। किते दुनियादारी दे विच आपां किसे रस्ते दे विच जाना होवे, किते अपने मंजिल ते राह किते माड़ा मिल जावे, आपां कहने अज तां बड़े खज्जल खुआर होए हैं। अपना व्हीकल आपां नूं खराब करे, आपां कहने बड़े खज्जल खुआर होए हैं। अजे खज्जल खुआर किन्ना कुछ होए होवांगे? 2-4 घंटे। पर जिस 84 लाख जूना दे विच पैणा पै गया ते हज़ारां साल ही लंघ जाने ने खज्जल खुआरी दे विच। इस करके अपने मालक दे उत्ते भरोसा कर लईए। सतगुरु जी कहंदे ने कह दे अपने मालक दे अगे अरदास कर दे, मन नूं टिका के अरदास कर दे, सच्चे पातशाह फिरत प्रभ आया, परिया तो सरनाए, नानक की प्रभ बेनती अपनी भगती लाए। समर्पित कर दे अपना आप गुरु दे अगे। महाराज दुनिया दे विच फिर के मैं बड़ा आ गया, हुण तेरे द्वारे आ गया, मैनूं ओहदी भगती दी दात बख्श, मेरे ते कृपा कर। फिरत तो भाव है दुनिया दे अंदर फिर के मैं आ गया, दर बदर फिर के आ गया। परिया तो सरनाए, हुण मैं तेरी शरण पै गया। नानक की प्रभ बेनती, मेरी हुण तेरे चरणों दे विच बेनती है, अपनी भगती लाए, तू मैनूं अपनी भगती दे विच ला लै। ते सतगुरु जी कहंदे ने भाई इस तरह जे भगती दे विच ना लगे तो इउं हुंदा है, नानक संध्या करे मनमुखी। मनमुखी बंदा जिहड़ा है वह भी संध्या करदा है, पाठ पूजा करदा है, जियो ना टिकै, जियो नहीं टिकदा, मालक ते भरोसा नहीं बनदा। मर जम्मै होए खुआर, मर जम्मै
खुआर हुंदा रहिंदा है। इस करके सतगुरु जी कहंदे ने जम जम मरै मरै फिर जम्मै, बहुत सजाए पया देश लम्मै। बड़ी लम्मी सजा हो जानी है। इस करके सोहना मनुखा जन्म मिलिया है, परमात्मा की बंदगी करिए। सतगुरु जी दूजे सलोक दे विच गरीब नवाज बख्शिश करते हैं। महला तीजा प्रियो प्रियो करती सब जग फिरी, मेरी प्यास न जाए। नानक सतगुर मिलिया मेरी प्यास गई, फिर पाया घर आए। धन गुरु अमरदास सच्चे पातशाह बख्शिश करते हैं प्रियो प्रियो कर दी। प्रियो प्रियो का अर्थ है प्यारा प्यारा मेरा वाहिगुरू। वाहिगुरू कर दी सारा जग ही घूम लिया। मेरा प्यारा प्रभु परमात्मा मैनू मिल पवे। सतगुरु जी कहते प्रियो प्रियो करती सब जग फिरी, सारा संसार ही फिर लिया। फिरत फिरत प्रभ आया, वही हालत बनी रही। ते सतगुरु जी कहते सब जग फिरी, सारा संसार ही घूम लिया, मेरी प्यास ना जाए। मेरी जन्मां जन्मां दी जिहड़ी प्यास सी परमात्मा दे दर्शनां दी, वो तो जांदी नहीं पई। ये तो भगत साहिबाना ने भी कह दिता, बहुत जन्म बिछरे थे माधो, ए जन्म तुम्हारे लेखे। कहे रविदास आस लग जीवो, चिर भयो दर्शन देखे। भगत रविदास जी भी कहते हैं मैनू बड़े जन्मां की प्यास है तेरे दर्शनां की, कृपा करके मैनू दर्शन दे। ते धन गुरु अमरदास सच्चे पातशाह इउं बख्शिश करते हैं सारा संसार ही मैं प्यारे वाहिगुरू नूं मिलण वास्ते घूम लिया, मेरे मन की प्यास नहीं गई। गई किवें है? नानक सतगुर मिलिया मेरी प्यास गई। सतगुरु नूं मिल के मेरे मन का जिहड़ी तृष्णा सी वो खत्म हो गई। अपना सतगुरु कौन है? धन धन साहिब श्री गुरु ग्रंथ साहिब महाराज। वैसे तो सारी सृष्टि का ये गुरु है, क्योंकि ये अंदर किसी एक धर्म नूं टारगेट नहीं कराया जाता। सारे धर्मां दे ग्रंथ सत्कारयोग ने, भावें कुरान शरीफ है, भावें सनातन धर्म के ग्रंथ ने जिन्ना कुछ उन्होंने दे अंदर सच लिखिया है, भावें ईसाइयों की बाइबल है जिन्ना कुछ सच लिखिया है वो सत्कारयोग ने। पर उन्हों दे अंदर की है, जे ईसाई धर्म है केवल ते केवल ईसाई मत है उसदे अंदर। सनातन धर्म है उन्हों दे ग्रंथों के अंदर की है, केवल ते केवल हिंदू बनने दे नाल ही जिहड़ा राम प्राप्त हुंदा है। जिहड़ी सनातन धर्म के अंदर इउं है और इस्लाम धर्म के अंदर भी इउं है, जिहड़ा मुसलमान बनता है और अल्लाह की इबादत करता है वो अल्लाह ताला नूं प्राप्त हुंदा है। पर धन धन साहिब श्री गुरु ग्रंथ साहिब महाराज सारे संसार दे इस सारी मनुखता नूं अपने कलावे दे विच रहिंदे ने। इहदे विचों अल्लाह की भी आवाज़ आउंदी है, राम की भी आउंदी है, बीठल की आउंदी है, वाहिगुरू की आउंदी है, सतनाम की आउंदी है। कोई किसी नाल विंग वखरेवा नहीं है। इस करके सतगुरु जी सानू समझाउंदे ने, भाई नानक सतगुर मिलिया मेरी प्यास गई। जो भी मन चित करके गुरबाणी की आराधना करता है उसकी जन्मां जन्मां की प्यास चली जाती है। फिर पाया घर आए। प्रभु परमात्मा मेरे घर दे विचों, भाव कि मेरे हिरदे दे विचों ही मैनूं मिल गया। फिर पाया घर आए, घर का अर्थ है हिरदा, मेरे हिरदे दे विच ही वसदा पिया सी। गुरु ने मैनू दस दिता, गुरबाणी ने मैनू दस दिता, उहदे करके परमात्मा मैनू मिल पिया, उहदे नाल मेरा मिलाप हो गया। क्योंकि गुरबाणी के अंदर सतगुरां ने दसिया ना, जो ब्रह्मंडे सोई पिंडे, जो खोजे सो पावै, पीपा परनमै परम तत है सतगुर होए लिखावै। जो ब्रह्मंड दे विच है, जरे जरे विच, कण कण विच वसदा पिया ਉਹੀ परमात्मा। जो ब्रह्मंडे सोई पिंडे, साडे पिंडे दे अंदर मन दे विच भी वो भी है, रोम रोम च वसदा पिया। पीपा परनमै परम तत है सतगुर होए लिखावै। उस सतगुरु जी के घर विच जन्म हो जाता। सतगुर के जन्मै गमन मटाया, आवागमन मिट जाता है गुरु घर दे विच जन्म होने दे नाल। इस करके गुरु चरनां नाल जुड़ के आपां भी अपना मनुखा जन्म
ਸਫਲਾ ਬਣਾਉਣਾ ਹੈ। ਸਤਿਗੁਰਾਂ ਨੇ ਕਿਰਪਾ ਕੀਤੀ। ਅੱਜ ਦੇ ਇਹਨਾਂ ਪਾਵਨ ਪਵਿੱਤਰ ਸਲੋਕਾਂ ਦੀ ਆਪਾਂ ਵਿਚਾਰ ਨਾਲ ਜੁੜਨਾ ਕੀਤਾ ਜੀ। ਬੇਅੰਤ ਹੋਈਆਂ ਭੁੱਲਾਂ ਸਤਿਗੁਰੂ ਬਖਸ਼ ਲੈਣਗੇ, ਸਮਤ ਬਖਸ਼ਣ। ਇਸੇ ਤਰ੍ਹਾਂ ਗੁਰਬਾਣੀ ਨਾਲ ਜੁੜ ਕੇ ਅਸੀਂ ਆਪਣਾ ਜੀਵਨ ਸਫਲਾ ਬਣਾਉਣਾ ਹੈ। ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ